ਮਿਸਟਰ ਪ੍ਰੈਜ਼ੀਡੈਂਟ ਦੇ ਤਹਿਤ ਅੱਜ ਅਸੀਂ ਤੁਹਾਨੂੰ ਮਿਲਵਾਵਾਂਗੇ ਉਸ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਤੋਂ ਜਿਨ੍ਹਾਂ ਨੇ ਅੱਜ ਤੱਕ ਕੁੜੀਆਂ ਦੇ ਲਈ ਬਹੁਤ ਕੁਝ ਕੀਤਾ ਤੇ ਕੁੜੀਆਂ ਦੇ ਲਈ ਖਾਸ ਤੌਰ ਤੇ ਫਾਊਂਡੇਸ਼ਨ ਜਿਹੜੀ ਕੀ ਹੈ ਉਹ ਬਣਾਈ ਵੀ ਗਈ ਹੈ। ਦਿਸ਼ਾ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਇਸ ਵਕਤ ਸਾਡੇ ਨਾਲ ਮੌਜੂਦ ਨੇ ਹਰਦੀਪ ਜੀ। ਹਰਦੀਪ ਜੀ, ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ कि दिशा फाउंडेशन जो बनाई गई इस दे पिछे मोटिव की सीगा, की कारण सीगा कि इस फाउंडेशन जी होंद दे विच आई तो उस तो बाद सोसाइटी दे विच तुहानूं की लग्या कि इसकी लोड़ है इस वक्त कि फाउंडेशन बननी चाहिए जी। गुलाटी जी, बेसिकली गल करिए दिशा ट्रस्ट की, तो दिशा ट्रस्ट पिछले 20 तो 22 सालों तो काम कर रहा है। लेकिन जेकर मैं गल करा दिशा ट्रस्ट के बारे, तो 2013 ਦੇ ਵਿੱਚ ਸਮੂਹ ਮੈਂਬਰਾਂ ਵੱਲੋਂ ਜਿਹੜਾ ਹੈਗਾ ਮੈਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਉਦੋਂ ਤੋਂ ਲੈ ਕੇ, ਕਿਉਂਕਿ ਜੇਕਰ ਮੈਂ ਗੱਲ ਕਰਾਂ ਤਾਂ ਮੇਰਾ ਜਿਹੜਾ ਸੰਘਰਸ਼ ਆ ਜਦੋਂ ਸ਼ੁਰੂ ਹੋਇਆ, ਜਿਵੇਂ ਸਟਾਰਟਿੰਗ ਦੇ ਵਿੱਚ ਹੀ ਆਪਣੀ ਗ੍ਰੈਜੂਏਸ਼ਨ MA ਪੰਜਾਬੀ, ਉਸ ਤੋਂ ਬਾਅਦ ਆਪਣਾ ਜਰਨਲਿਜ਼ਮ ਕਰਨ ਤੋਂ ਬਾਅਦ ਜਦੋਂ ਮੈਂ ਇੱਥੇ ਮੋਹਾਲੀ ਦੇ ਵਿੱਚ ਪਹੁੰਚੀ ਹਾਂ ਤੇ ਰੁਜ਼ਗਾਰ ਦੀ ਤਲਾਸ਼ ਦੇ ਲਈ ਮੈਨੂੰ ਬਹੁਤ ਜ਼ਿਆਦਾ ਥਾਂ ਤੇ ਕਹਾਂਗੀ ਕਿ ਧੱਕੇ ਖਾਣੇ ਪਏ। ਉਸ ਉਪਰੰਤ ਮੇਰੇ ਮਨ ਦੇ ਵਿੱਚ ਹਮੇਸ਼ਾ ਹੀ ਇਹ ਰਿਹਾ ਕਿ ਜਿੰਨੀਆਂ ਵੀ ਕੁੜੀਆਂ ਸਾਡੇ ਸਮਾਜ ਦੇ ਵਿੱਚ ਨੇ, ਕਿਉਂਕਿ ਔਰਤ ਦੀ ਜਿਹੜੀ ਇੱਕ ਸਭ ਤੋਂ ਵੱਡੀ ਜਿਹੜੀ ਸ਼ਕਤੀ ਹੈਗੀ ਉਹ ਇਹ ਹੈ ਕਿ ਉਹਨੂੰ ਆਰਥਿਕ ਤੌਰ ਤੇ ਜਿਹੜਾ ਸਸ਼ਕਤ ਹੋਣਾ ਬੜਾ ਲਾਜ਼ਮੀ ਆ। ਇਸ ਲਈ ਮੇਰੀ ਹਮੇਸ਼ਾ ਇਹ ਸੋਚ ਸੀ ਕਿ ਔਰਤਾਂ ਨੂੰ ਸਸ਼ਕਤ ਕੀਤਾ ਜਾਵੇ, ਜਿਸ ਦੇ ਲਈ ਅਸੀਂ ਦਿਸ਼ਾ ਰੁਜ਼ਗਾਰ ਮੁਹਿੰਮ ਲੈ ਕੇ ਆਏ। ਇਸ ਦੇ ਤਹਿਤ ਕਿਉਂਕਿ ਰੋਜ਼ਗਾਰ ਤੇ ਅਸੀਂ ਜ਼ਿਆਦਾ ਫੋਕਸ ਕਰਦੇ ਹਾਂ, ਅਸੀਂ ਦੇਖਦੇ ਹਾਂ ਕਿ ਉਨ ਔਰਤਾਂ ਨਾਲ ਜਾਂ ਉਨ ਫੀਮੇਲਸ ਨਾਲ ਜ਼ਿਆਦਾ ਗਲਤ ਕਿਤੇ ਨਾ ਕਿਤੇ ਹੋ ਜਾਂਦਾ ਜੋ ਸ਼ਾਇਦ ਆਪਣੇ ਇੰਡੀਪੈਂਡੈਂਟ ਨਹੀਂ ਹੁੰਦੀ, ਜੋ ਆਪਣੇ ਪੈਰਾਂ 'ਤੇ ਨਹੀਂ ਖੜੀ ਹੁੰਦੀ। ਉਸ ਦੇ ਲਈ ਤੁਸੀਂ ਜਿਹੜਾ ਕਿ ਤੁਹਾਡੇ ਟਰਸਟ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਤੇ ਹਜੇ ਤੱਕ ਕਿੰਨੇ ਕੁ ਕੁੜੀਆਂ ਨੂੰ ਤੁਸੀਂ ਰੋਜ਼ਗਾਰ ਦਿਵਾ ਚੁੱਕੇ ਹੋ? ਬਿਲਕੁਲ, ਬਹੁਤ ਸੋਹਣਾ ਸਵਾਲ ਆ ਗੁਲਾਟੀ ਤੁਹਾਡਾ। ਜੇਕਰ ਆਪਾਂ ਗੱਲ ਕਰੀਏ, ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਇੱਕ ਔਰਤ ਜਦੋਂ ਪੜ੍ਹ ਲਿਖੀ ਆ, ਫਿਰ ਉਸਨੇ ਜਦੋਂ ਤਲਾਸ਼ ਲਈ ਜਾਣਾ ਹੈਗਾ, ਰੁਜ਼ਗਾਰ ਪ੍ਰਾਪਤੀ ਦੇ ਲਈ ਜਾਣਾ ਹੈਗਾ, ਤਾਂ ਸੌਖਾ ਨਹੀਂ ਹੈ ਕਿ ਇੱਕਦਮ ਹੀ ਜਾ ਕੇ ਜਿਹੜੀ ਤੁਹਾਨੂੰ ਨੌਕਰੀ ਮਿਲ ਜਾਵੇ। ਤੇ ਦਿਸ਼ਾ ਟਰਸਟ ਉਹਦੇ ਲਈ ਕੀ ਕਰਦਾ ਹੈ ਕਿ ਕਿਉਂਕਿ ਬਤੌਰ ਪੱਤਰਕਾਰ ਮੈਂ ਲੰਬਾ ਸਮਾਂ ਤੋਂ ਜਿਹੜਾ ਹੈਗਾ ਸਮਾਜ ਦੇ ਵਿੱਚ ਵਿਚਰ ਰਹੀ ਹਾਂ, ਚਾਹੇ ਅਸੀਂ IT ਕੰਪਨੀਆਂ ਦੀ ਗੱਲ ਕਰ ਲਈਏ, ਕਾਰਪੋਰੇਟ ਘਰਾਣਿਆਂ ਦੀ ਗੱਲ ਕਰ ਲਈਏ, ਵਿਦਿਅਕ ਅਦਾਰਿਆਂ ਦੀ ਗੱਲ ਕਰ ਲਈਏ, ਹਸਪੀਟਲਸ ਦੀ ਗੱਲ ਕਰ ਲਈਏ, ਪ੍ਰਾਈਵੇਟ ਕੰਪਨੀਆਂ ਦੀ ਗੱਲ ਕਰ ਲਈਏ, ਹਰ ਇੱਕ ਦੇ ਨਾਲ ਇੱਕ ਪੱਤਰਕਾਰ ਦਾ ਵਾਹ ਵਾਸਤਾ ਪੈਂਦਾ ਹੈ। ਤੇ ਉਸੇ ਤਹਿਤ ਮੇਰਾ ਵੀ ਜਿਹੜਾ ਹੈਗਾ ਸਾਰੀਆਂ ਹੀ ਕੰਪਨੀਆਂ ਦੇ ਨਾਲ, ਇਹਨਾਂ ਲੋਕਾਂ ਦੇ ਨਾਲ ਜਿਹੜਾ ਇੱਕ ਕੰਸਰਨ ਬਣਿਆ ਰਹਿੰਦਾ ਹੈ। ਤੇ ਅਸੀਂ ਸੋਚਿਆ ਫਿਰ ਕਿਉਂ ਨਾ ਇੱਕ ਐਸੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਜਾਵੇ ਕਿ ਉਹਨਾਂ ਦੇ ਕੋਲ ਜਿਹੜੀਆਂ ਖਾਲੀ ਪਈਆਂ ਵੈਕੈਂਸੀਆਂ ਨੇ ਉਹ ਸਾਡੇ ਨਾਲ ਕੰਟੈਕਟ ਕਰਨ ਤੇ ਫਿਰ ਜਿਹੜੇ ਸਾਡੇ ਕੋਲ ਬੱਚੇ ਹਨ ਅਸੀਂ ਮੀਡੀਆ ਦੇ ਥਰੂ ਇੱਕ ਵੇਵ ਬਣਾਈਏ ਕਿ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਤੇ ਅਸੀਂ ਤੁਹਾਨੂੰ ਰੁਜ਼ਗਾਰ ਦਿਵਾਵਾਂਗੇ। ਠੀਕ ਉਸੇ ਤਰੀਕੇ ਹੀ ਹੋਇਆ। ਅਸੀਂ ਮੀਡੀਆ ਦੇ ਥਰੂ ਲੋਕਾਂ ਨੂੰ ਅਪੀਲ ਕੀਤੀ, ਆਪਣੀਆਂ ਭੈਣਾਂ ਨੂੰ ਅਪੀਲ ਕੀਤੀ। ਹੁਣ ਉਹ ਸਾਨੂੰ ਆਪਣੇ ਰਿਜ਼ਿਊਮ WhatsApp ਦੇ ਉੱਤੇ ਸੈਂਡ ਕਰ ਦਿੰਦੇ ਨੇ। ਫਿਰ ਜਿਹੜੀਆਂ ਕੰਪਨੀਆਂ ਦੀ ਡਿਮਾਂਡ ਹੁੰਦੀ ਅਸੀਂ ਉਹਨਾਂ ਦੇ ਕੋਲ ਭੇਜ ਦਿੰਦੇ ਹਾਂ। ਹਾਲ ਹੀ ਦੇ ਵਿੱਚ 6 ਕੁੜੀਆਂ ਨੂੰ ਜਿਹੜੀ ਹੈਗਾ ਰੁਜ਼ਗਾਰ ਦਿਵਾਇਆ ਗਿਆ। ਜੇਕਰ ਹੁਣ ਤੱਕ ਦੀ ਗੱਲ ਕਰਾਂ ਤਾਂ ਹੁਣ ਤੱਕ ਅਸੀਂ 194 ਕੁੜੀਆਂ ਨੂੰ ਜਿਹੜਾ ਰੁਜ਼ਗਾਰ ਦਿਵਾ ਚੁੱਕੇ ਹਾਂ, ਚਾਹੇ ਉਹ IT ਕੰਪਨੀਆਂ ਦੇ ਵਿੱਚ ਹੋਵੇ, ਬਤੌਰ ਰਿਸੈਪਸ਼ਨਿਸਟ ਹੋਵੇ, ਨਰਸਿੰਗ ਦੇ ਵਿੱਚ ਹੋਵੇ, ਜਾਂ ਫਿਰ ਮੈਂ ਗੱਲ ਕਰਾਂ ਕਿ CA ਅਕਾਊਂਟਸ ਦੇ ਵਿੱਚ ਹੋਵੇ, ਜਾਂ ਫਿਰ ਹੋਰ ਵੱਖ-ਵੱਖ ਜਿਹੜੀਆਂ ਮਹਿਲਾਵਾਂ ਕੰਮ ਕਰ ਸਕਦੀਆਂ ਨੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਰੁਜ਼ਗਾਰ ਦਿਵਾਇਆ। ਕਿਉਂਕਿ ਦਿਸ਼ਾ ਟਰਸਟ ਜੋ ਕੀ ਹੈ ਉਹ ਖਾਸ ਤੌਰ ਤੇ ਫੀਮੇਲਸ ਤੇ ਬਣਿਆ, ਤਾਂ ਰੋਜ਼ਗਾਰ ਤੋਂ ਇਲਾਵਾ ਕੀ ਕੁਝ ਜਿਹੜਾ ਕੀ ਹੈ ਤੁਸੀਂ ਕਰਦੇ ਹੋ ਫੀਮੇਲਸ ਲਈ? ਕਿਉਂਕਿ ਸੁਸਾਇਟੀ ਦੇ ਵਿੱਚ ਵੀ ਕਈ ਇਹੋ ਜਿਹੇ ਕੇਸਿਸ ਦੇਖਣ ਨੂੰ ਮਿਲ ਰਹੇ ਆ ਕਿ ਫੀਮੇਲ ਨੂੰ ਕਈ ਵਾਰੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਉਸ ਚੀਜ਼ ਤੋਂ ਫੀਮੇਲਸ ਨੂੰ ਬਚਾਇਆ ਜਾਵੇ ਉਸ ਦੇ ਲਈ ਕੀ ਕੁਝ ਕਰ ਰਹੇ? ਬਿਲਕੁਲ ਗੁਲਾਟੀ ਜੀ, ਤੁਸੀਂ ਪਿਛਲੇ ਦਿਨ ਹੀ ਦੇਖਿਆ ਹੋਏਗਾ ਕਿ ਇੱਕ ਔਰਤ, ਕਿਉਂਕਿ ਕਹਿੰਦੇ ਨੇ ਕਿ ਜਿਹੜੀ ਤਾਂ ਔਰਤ ਸક્ષਮ ਹੈ, ਜਿਹਦੇ ਕੋਲ ਆਪਣਾ ਰੁਜ਼ਗਾਰ ਹੈ, ਉਹ ਆਪਣੇ ਫੈਸਲੇ ਆਪ ਲੈਣ 'ਤੇ ਨਿਰਪੱਖ ਹੁੰਦੀ ਆ। ਉਹਨੂੰ ਪਤਾ ਹੁੰਦਾ ਹੈ ਕਿ ਜੇਕਰ ਮੈਂ ਘਰਦਿਆਂ ਤੋਂ ਜਾਂ ਕਿਸੇ ਤਰੀਕੇ ਦੀ ਜੇਕਰ ਆਦਮੀ ਦੇ ਨਾਲ, ਆਪਣੇ ਹਸਬੈਂਡ ਦੇ ਨਾਲ ਜੇ ਕਿਸੇ ਤਰੀਕੇ ਦੇ ਜਾਂ ਕੋਈ ਮਤਭੇਦ ਖੜੇ ਹੋ ਜਾਂਦੇ ਨੇ, ਤਾਂ ਜੇਕਰ ਉਹਦੇ ਕੋਲ ਪੈਸਾ ਹੈ ਤਾਂ ਉਹ ਸક્ષਮ ਆਪਣਾ ਫੈਸਲਾ ਲੈ ਲੈਂਦੀ ਹੈ। ਪਰ ਜਿਹੜੀਆਂ ਔਰਤਾਂ ਪੜ੍ਹੀਆਂ ਲਿਖੀਆਂ ਨਹੀਂ ਹੈਗੀਆਂ, ਸਿਰਫ ਤੇ ਸਿਰਫ ਆਪਣੇ ਘਰ ਵਾਲਿਆਂ ਦੇ ਉੱਤੇ, ਆਪਣੇ ਸਹੁਰਿਆਂ ਦੇ ਉੱਤੇ, ਆਪਣੇ ਪਤੀ ਦੇ ਉੱਤੇ ਨਿਰਭਰ ਨੇ, ਉਹਨਾਂ ਨੂੰ ਆਪਣੇ ਫੈਸਲੇ ਲੈਣ ਦੇ ਵਿੱਚ ਬੜੀ ਜਿਹੜੀ ਹੈਗੀ ਪ੍ਰੋਬਲਮ ਆਉਂਦੀ ਹੈ। ਜਿਸ ਦੇ ਚਲਦੇ ਪਿੱਛੇ ਜੇ ਕਾਫੀ ਕੁਝ ਕੇਸ ਸਾਡੇ ਕੋਲ ਆਏ ਘਰੇਲੂ ਹਿੰਸਾ ਦੇ। ਇੱਕ ਔਰਤ ਨੂੰ, ਰਸਨਹੇੜੀ ਪਿੰਡ ਸੀ, ਉਹਨੂੰ ਔਰਤ ਨੂੰ ਮਾਰ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ ਗਿਆ। ਫਿਰ ਸਾਡੀ ਸੰਸਥਾ ਦੇ ਅਸੀਂ ਮੈਂਬਰ ਗਏ, ਉਹਨਾਂ ਨੂੰ ਬਕਾਇਦਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ। ਬਾਅਦ ਵਿੱਚ ਉਸ ਪਰਿਵਾਰ ਦੇ ਉੱਤੇ 7 ਜਾਣਿਆਂ ਦੇ ਉੱਤੇ ਸਾਡੇ ਇਸ ਉਦਮ ਦੇ ਸਦਕਾ ਪਰਚਾ ਵੀ ਦਰਜ ਹੋਇਆ। ਤਾਂ ਫਿਰ ਇਸ ਟਰਸਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਵੱਡਾ ਇਹ ਟਰਸਟ ਹੈ, ਕਿੰਨੇ ਕੁ ਲੋਕ ਤੁਹਾਡੇ ਨਾਲ ਇਸ ਟਰਸਟ ਦੇ ਵਿੱਚ ਜੁੜੇ ਹੋਏ ਆ, ਤੇ ਸਿਰਫ ਪੰਜਾਬ ਤੱਕ ਹੀ ਸੀਮਿਤ ਹੈ ਜਾਂ ਫਿਰ ਪੰਜਾਬ ਤੋਂ ਬਾਹਰ ਵੀ ਇਹ ਟਰਸਟ ਕੰਮ ਕਰ ਰਿਹਾ? ਨਹੀਂ, ਫਿਲਹਾਲ ਅਸੀਂ ਗੱਲ ਕਰੀਏ ਤਾਂ ਅਸੀਂ ਪੰਜਾਬ ਦੇ ਉੱਤੇ ਪੂਰਾ ਫੋਕਸ ਕੀਤਾ ਹੋਇਆ। ਮੁੱਖ ਜਿਹੜਾ ਹੈਗਾ ਸਾਡਾ ਮੋਟਿਵ ਔਰਤਾਂ ਨੂੰ ਸક્ષਮ ਕਰਨਾ ਹੈ, ਉਹਨਾਂ ਨੂੰ ਐਮਪਾਵਰ ਕਰਨਾ ਹੈ, ਆਰਥਿਕ ਤੌਰ ਤੇ ਨਿਰਭਰ ਬਣਾਉਣਾ ਹੈ। ਇਸ ਤੋਂ ਇਲਾਵਾ ਐਸਿਡ ਵਿਕਟਿਮਸ ਕੁੜੀਆਂ ਦੀ ਗੱਲ ਕਰੀਏ, ਜਾਂ ਫਿਰ ਅਸੀਂ ਘਰੇਲੂ ਹਿੰਸਾ ਦੀ ਗੱਲ ਕਰੀਏ, ਜਾਂ ਫਿਰ ਰੇਪ ਵਿਕਟਿਮ ਜਿਹੜੇ ਮਾਮਲੇ ਸਾਡੇ ਕੋਲ ਆਉਂਦੇ ਨੇ, ਉਹਨਾਂ ਨੂੰ ਵੀ ਅਸੀਂ ਸਮੇਂ-ਸਮੇਂ ਤੇ ਜਿਹੜਾ ਹੈਗਾ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ। ਚਾਹੇ ਅਸੀਂ ਕਾਨੂੰਨੀ ਸਲਾਹਕਾਰ ਜਿਹੜੇ ਸਾਡੇ ਮੈਂਬਰਸ ਹੈਗੇ ਨੇ ਉਹਨਾਂ ਦੀ ਮਦਦ ਲੈ ਕੇ ਕਰਦੇ ਹਾਂ, ਜਾਂ ਫਿਰ ਅਸੀਂ ਗੱਲ ਕਰੀਏ ਤਾਂ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਹੁਣ ਤੱਕ
ਤੱਕ 78 ਜਿਹੜੇ ਨੇ ਕਾਨੂੰਨੀ ਜਾਗਰੂਕਤਾ ਜਿਹੜੇ ਨੇ ਕੈਂਪ ਲਗਾਏ ਨੇ, ਕਿਉਂਕਿ ਔਰਤਾਂ ਨੂੰ ਆਪਣੇ ਹੱਕਾਂ ਦੀ ਪਹਿਚਾਣ ਹੋ ਸਕੇ। ਕੈਮਰਾਮੈਨ ਗੁਰਜੰਟ ਸਿੰਘ ਦੇ ਨਾਲ ਅਨਮੋਲ ਸਿੰਘ ਗੁਲਾਟੀ, ਜ਼ੀ ਮੀਡੀਆ, ਮੋਹਾਲੀ।